ਹੈਲੋ ਸਟੂਡੈਂਟਸ, ਆਈ ਐਮ ਯੋਰ ਟੀਚਰ ਜਗਸੀਰ ਸਿੰਘ। ਪਿਆਰੇ ਵਿਦਿਆਰਥੀਓ, ਅੱਜ ਆਪਾਂ ਜਮਾਤ ਪੰਜਵੀਂ ਵਿਸ਼ਾ ਅੰਗਰੇਜ਼ੀ ਦਾ 8ਵਾਂ ਲੈਸਨ ਏ ਗਲਿੰਪਸ ਫਰੋਮ ਹਿਸਟਰੀ ਦਾ ਆਖਰੀ ਪੈਰਾ ਪੜ੍ਹਾਂਗੇ। ਆਓ ਪਹਿਲਾਂ ਕੁਝ ਔਖੇ ਸ਼ਬਦ ਕਰੀਏ। ਪਹਿਲਾ ਔਖਾ ਸ਼ਬਦ ਆਪਣੇ ਕੋਲੇ ਵਿਲੇਜ। ਵਿਲੇਜ ਕੀ ਹੁੰਦਾ ਗਾ? ਪਿੰਡ। ਪਿੰਡ ਨੂੰ ਆਪਾਂ ਵਿਲੇਜ ਕਹਿ ਦਿੰਦੇ ਹਾਂ। ਸਟੈਚਰ। ਸਟੈਚਰ ਦਾ ਮਤਲਬ ਹੁੰਦਾ ਕੱਦ ਕਾਠ। ਸ਼ਾਰਟ। ਸ਼ਾਰਟ ਦਾ ਮਤਲਬ ਹੁੰਦਾ ਛੋਟਾ। ਰੀਚ ਪਹੁੰਚਣਾ। ਬਰੇਵ ਬਹਾਦਰ। ਕਲੈਕਟਡ। ਕਲੈਕਟਡ ਦਾ ਮਤਲਬ ਹੁੰਦਾ ਇਕੱਠੇ ਕੀਤੇ। ਪੈਬਲਸ। ਪੈਬਲਸ ਹੁੰਦਾ ਛੋਟੇ ਪੱਥਰ। ਚੈਲੰਜਡ। ਚੈਲੰਜ ਦਾ ਮਤਲਬ ਹੁੰਦਾ ਵੰਗਾਰਨਾ। ਡਿਸਟ੍ਰਿਕਟ। ਡਿਸਟ੍ਰਿਕਟ ਹੁੰਦਾ ਜ਼ਿਲ੍ਹਾ। ਔਰ ਆਪਣੇ ਕੋਲ ਹੈਗੇ ਆ ਕੌਟ। ਕੌਟ ਦਾ ਮਤਲਬ ਹੁੰਦਾ ਗਾ ਫੜ ਲਿਆ। ਬੀਅਰਡ। ਬੀਅਰਡ ਹੁੰਦਾ ਦਾੜੀ। ਆਪਣੇ ਚਿਹਰੇ ਦੇ ਉੱਤੇ ਜਿਹੜੀ ਦਾੜੀ ਹੁੰਦੀ ਆ ਉਸਨੂੰ ਆਪਾਂ ਅੰਗਰੇਜ਼ੀ 'ਚ ਬੀਅਰਡ ਕਹਿੰਦੇ ਆ। ਸਪਿਰਿਟ। ਸਪਿਰਿਟ ਹੁੰਦਾ ਭਾਵਨਾ। ਫਾਈਟਰਸ ਲੜਾਕੇ, ਲੜਨ ਵਾਲੇ, ਜੁਝਾਰੂ ਸਾਥੀ। ਮੈਮਰੀ। ਮੈਮਰੀ ਹੁੰਦਾ ਯਾਦ। ਡਾਈ। ਡਾਈ ਹੁੰਦਾ ਮਰਨਾ। ਐਂਟਾਇਰ ਸਾਰਾ। ਆਲਵੇਜ਼ ਹਮੇਸ਼ਾ। ਪ੍ਰਾਊਡ। ਪ੍ਰਾਊਡ ਹੁੰਦਾ ਮਾਣ। ਮਾਣ ਕਰਨਾ ਕਿਸੇ ਗੱਲ ਉੱਤੇ। ਬੋਵ। BOW ਬੋ। ਬੋ ਦਾ ਮਤਲਬ ਹੁੰਦਾ ਹੈਗਾ ਝੁਕਣਾ ਜਾਂ ਸਿਰ ਝੁਕਾਉਣਾ। ਮਾਰਟਿਰਸ ਸ਼ਹੀਦ। ਲੇਡ ਡਾਊਨ ਜਾਨਾਂ ਵਾਰ ਦੇਣੀਆਂ ਜਾਂ ਮਰ ਜਾਣਾ। ਇਨਕਰੇਜ ਹੌਸਲਾ। ਗਲੋਰੀ ਸ਼ਾਨ। ਆਓ ਹੁਣ ਆਪਾਂ ਪਹਿਰਾ ਪੜ੍ਹੀਏ। ਵਨ ਨਾਮਧਾਰੀ ਸਿੱਖ ਨੇਮਡ ਵਰਿਆਮ ਸਿੰਘ। ਇੱਕ ਨਾਮਧਾਰੀ ਸਿੱਖ ਜਿਸ ਦਾ ਨਾਮ ਵਰਿਆਮ ਸਿੰਘ ਸੀ। ਫਰੋਮ ਵਿਲੇਜ ਮਹਿਰਾਜ ਡਿਸਟ੍ਰਿਕਟ ਬਠਿੰਡਾ। ਉਸਦਾ ਪਿੰਡ ਮਹਿਰਾਜ ਸੀ, ਜ਼ਿਲ੍ਹਾ ਬਠਿੰਡਾ ਤੋਂ। ਵਾਜ਼ ਟੂ ਸ਼ਾਰਟ ਇਨ ਸਟੈਚਰ ਟੂ ਰੀਚ ਦਾ ਲੈਵਲ ਆਫ ਦਾ ਕੈਨਨਸ ਮਾਊਥ। ਉਸਦਾ ਸਟੈਚਰ ਮਤਲਬ ਕੱਦ। ਟੂ ਸ਼ਾਰਟ ਬਹੁਤ ਛੋਟਾ। ਉਸਦਾ ਕੱਦ ਕਾਠ ਬਹੁਤ ਛੋਟਾ ਸੀ। ਟੂ ਰੀਚ ਦਾ ਲੈਵਲ ਆਫ ਮਾਊਥ ਕਿ ਉਹ ਤੋਪ, ਕੈਨਨ ਦਾ ਮਤਲਬ ਹੁੰਦਾ ਤੋਪ, ਤੋਪ ਦੇ ਮੂੰਹ ਤੱਕ ਨਹੀਂ ਪਹੁੰਚ ਸਕਦਾ ਸੀ। ਹੀ ਵਾਜ਼ ਸੋ ਬਰੇਵ। ਉਹ ਇੰਨਾ ਬਹਾਦਰ ਸੀ। ਦੈਟ ਹੀ ਕਲੈਕਟਡ ਸਮ ਪੈਬਲਸ ਕਿ ਉਸਨੇ ਕੁਝ ਪੱਥਰ ਇਕੱਠੇ ਕੀਤੇ। ਐਂਡ ਅਤੇ ਸਟੁੱਡ ਅਪੋਨ ਦੈਮ ਅਤੇ ਉਹਨਾਂ ਉੱਪਰ ਖੜਾ ਹੋ ਗਿਆ। ਐਂਡ ਅਤੇ ਦੈਨ ਚੈਲੰਜ ਦਾ ਬ੍ਰਿਟਿਸ਼ ਆਫਿਸਰ ਅਤੇ ਫਿਰ ਉਸਨੇ ਬ੍ਰਿਟਿਸ਼ ਆਫਿਸਰ ਨੂੰ ਚੈਲੰਜ ਕਰਨਾ ਮਤਲਬ ਵੰਗਾਰਨਾ, ਵੰਗਾਰਿਆ। ਟੂ ਫਾਇਰ ਕਿ ਹੁਣ ਤੋਪ ਚਲਾ। ਅਨਦਰ ਬॉय ਬਿਸ਼ਨ ਸਿੰਘ
ਇੱਕ ਹੋਰ ਲੜਕਾ ਜਿਸ ਦਾ ਨਾਮ ਬਿਸ਼ਨ ਸਿੰਘ ਸੀ, ਫਰੋਮ ਵਿਲੇਜ ਰਾੜ, ਡਿਸਟ੍ਰਿਕਟ ਮਾਨਸਾ, ਜਿਸ ਦਾ ਪਿੰਡ ਰਾੜ ਸੀ ਅਤੇ ਜ਼ਿਲ੍ਹਾ ਮਾਨਸਾ, ਵਾਜ਼ 12 ਈਅਰਸ ਓਲਡ, ਜੋ ਕਿ ਸਿਰਫ 12 ਸਾਲਾਂ ਦਾ ਸੀ। ਹੀ ਵਾਜ਼ ਕੱਟ ਟੂ ਪੀਸਸ, ਉਸ ਨੂੰ ਟੁਕੜਿਆਂ ਵਿੱਚ ਕੱਟ ਦਿੱਤਾ ਗਿਆ। ਬਿਕੋਜ਼ ਹੀ ਕੌਟ ਹੋਲਡ ਆਫ ਬੀਅਰਡ ਆਫ ਦ ਬ੍ਰਿਟਿਸ਼ ਆਫਿਸਰ ਮਿਸਟਰ ਕਾਊਨ, ਉਸ ਨੂੰ ਕਿਉਂ ਕੱਟ ਦਿੱਤਾ ਗਿਆ ਸੀ ਟੁਕੜਿਆਂ ਵਿੱਚ? ਕਿਉਂਕਿ ਉਸਨੇ ਬ੍ਰਿਟਿਸ਼ ਅੰਗਰੇਜ਼ ਅਫਸਰ ਮਿਸਟਰ ਕਾਊਨ, ਜੋ ਕਿ ਬਹੁਤ ਜ਼ਾਲਮ ਸੀ, ਉਸਦੀ ਦਾੜੀ ਨੂੰ ਹੱਥ ਪਾ ਲਿਆ। Such was the great spirit of these fighters for freedom, ਇਹ ਉਹਨਾਂ ਆਜ਼ਾਦੀ ਘੁਲਾਟਿਆਂ ਦੀ, ਫਾਈਟਰਸ ਮਤਲਬ ਆਜ਼ਾਦੀ ਲਈ ਜਿਹੜੇ ਲੜੇ ਸੀ ਉਹਨਾਂ ਵਾਸਤੇ ਵਰਤਿਆ ਗਿਆ ਫਾਈਟਰਸ। ਇਹ ਆਜ਼ਾਦੀ ਲੜਾਕਿਆਂ ਦੀ ਇੰਨਾ ਵੱਡਾ ਸਪਿਰਿਟ, ਮਹਾਨ ਭਾਵਨਾ ਹੀ ਸੀ। ਹਾਊ ਕੈਨ ਦੇਅਰ ਮੈਮਰੀ ਐਵਰ ਡਾਈ, ਉਹਨਾਂ ਦੀ ਯਾਦ ਕਿਵੇਂ ਮਰ ਸਕਦੀ ਹੈ? ਦ ਐਂਟਾਇਰ ਨੇਸ਼ਨ ਵਿਲ ਆਲਵੇਜ਼ ਬੀ ਪ੍ਰਾਊਡ ਆਫ ਦੈਮ, ਸਾਰਾ ਦੇਸ਼ ਉਹਨਾਂ 'ਤੇ ਹਮੇਸ਼ਾ ਮਾਣ ਕਰੇਗਾ। ਵੀ ਬੋਵ ਆਵਰ ਹੈਡਸ, ਅਸੀਂ ਆਪਣਾ ਸਿਰ ਝੁਕਾਉਂਦੇ ਹਾਂ। ਟੂ ਦੀਜ਼ ਗ੍ਰੇਟ ਮਾਰਟਿਰਸ, ਇਹਨਾਂ ਮਹਾਨ ਸ਼ਹੀਦਾਂ ਦੇ ਅੱਗੇ। ਹੂ ਲੇਡ ਡਾਊਨ ਦੇਅਰ ਲਾਈਫਸ, ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਇਨ ਕਰੇਜ ਐਂਡ ਗਲੋਰੀ, ਕਾਹਦੇ ਲਈ? ਦੇਸ਼ ਦੀ ਮਾਣ ਲਈ ਅਤੇ ਹੌਸਲੇ ਲਈ। ਹਾਂਜੀ ਪਿਆਰੇ ਵਿਦਿਆਰਥੀਓ, ਹੁਣ ਤੁਸੀਂ ਇਹ ਸਾਰਾ ਪੈਰਾ ਮੇਰੇ ਮਗਰ ਪਿੱਛੇ ਬੋਲਣਾ। ਚਲੋ ਆਪਾਂ ਸ਼ੁਰੂ ਕਰੀਏ। ਵਨ ਨਾਮਧਾਰੀ ਸਿੱਖ, ਨੇਮਡ ਵਰਿਆਮ ਸਿੰਘ, ਫਰੋਮ ਵਿਲੇਜ ਮਹਿਰਾਜ, ਡਿਸਟ੍ਰਿਕਟ ਬਠਿੰਡਾ, ਵਾਜ਼ too short in stature to reach the level of the cannon's mouth. He was so brave that he collected some pebbles and stood upon them and then challenged the British officer to fire. Another boy, Bishan Singh, from village Rad, district Mansa, was 12 years old. He was cut to pieces because he caught hold of the beard of the British officer Mr. Cowan. Such was the great spirit of these fighters for freedom. How can
देयर मैमरी एवर डाई, द एंटायर नेशन विल ऑलवेज बी प्राउड ऑफ them। We bow our heads to these great martyrs who laid down their lives in courage and glory। हाँ जी प्यारे विद्यार्थियों, ਤੁਸੀਂ ਸਾਰਿਆਂ ਨੇ ਪਾਠ ਦਾ ਇਹ ਅਖੀਰਲਾ ਪੈਰਾ ਹੈ ਜੋ ਇਸ ਨੂੰ ਚੰਗੀ ਤਰ੍ਹਾਂ ਵਾਰ-ਵਾਰ ਪੜ੍ਹਨਾ ਹੈ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਹੈ।